मिस्टर सिंह प्रोडक्शंस ते गुरबानी कीर्तन ढाडी वारा कथा कवि श्री वारा लाइव कीर्तन देखण लई हुणे सब्सक्राइब करो अते बैल दी घंटी वजाउणा ना भुलना। श्री वाहिगुरु साहिब जी। सारंग महला पंजवा। कार तीजा एक ओंकार सतगुर प्रसाद। मन कहाँ लुभाइए आन का। ईत ऊत प्रभु सदा सहाई। जी संग तेरे काम का। मन कहाँ लुभाइए आन का। ईत ऊत प्रभु सदा सहाई। जी संग तेरे काम का रहा। अमृत नाम प्रिय प्रीतम मनोहर। यह अघावन पान का। अकाल मूरत है सदाद संतन की। ठाहरनी की ध्यान का। अमृत नाम प्रिय प्रीत मनोहर। यह अघावन पान का। अकाल मूरत है साध संतन की। ठाहरनी की ध्यान का। वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। मूँ गुजरै शास्त्र खट। पिंग गिरन चढ़ जाए। अंध लखै बदरो सुनै। जो काल कृपा कराय। कहाँ बुध प्रभ तुच्छ हमारी। भरन सकै महिमा जो तिहारी। हम ना सकत कर सिफत तुम्हारो। तुम कथा सुधारी। जेता जियो पिंड सब तेरा। तू अंतर्जामी पुरख भगवान। दासन दास कह जन नानक। जेहा तुम कराए तेहा हूँ करी।  बख्यान।
ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਨ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਆਪ ਸਾਰੇ ਹੀ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਰਗੁਣ ਸਰੂਪ ਦਸਵੇਂ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਧਰਮ ਚਲਾਵਨ, ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ, ਆਪਣਾ ਆਪ ਪ੍ਰਕਾਸ਼ ਕੀਤਾ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਆਪਣਾ ਲੋਕ ਪਰਲੋਕ ਸੁਹੇਲਾ ਬਣਾ ਰਹੇ ਹੋ। ਕਲਗੀਧਰ ਦਸਮੇਸ਼ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਪੰਜਾਂ ਬਾਣੀਆਂ ਦਾ ਨਿਤਨੇਮ ਉਪਰੰਤ ਆਸਾਂ ਨੂੰ ਪੂਰਨ ਕਰਨ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਛੱਕੇ ਛੰਦ ਸ਼ਬਦ ਕੀਰਤਨ ਆਪ ਸਾਰਿਆਂ ਨੇ ਸਰਵਣ ਕੀਤਾ। ਉਪਰੰਤ ਸਭ ਤੇ ਉੱਤਮ ਹਰਿ ਕੀ ਕਥਾ, ਨਾਮ ਸੁਨਤ ਦਰਦ ਉਲੱਥਾ, ਕਥਾ ਸੁਨਤ ਮਲ ਸਗਲੀ ਖੋਵੈ, ਸਾਹਿਬਾਂ ਦਾ ਫੁਰਮਾਨ ਹੈ। ਸੋ ਸਾਧ ਸੰਗਤ ਜੀ, ਅੱਜ ਅੰਮ੍ਰਿਤ ਵੇਲੇ ਜੋ ਪਵਿੱਤਰ ਹੁਕਮਨਾਮਾ ਆਇਆ ਸੀ, ਜੈਤਸਰੀ ਮਹੱਲਾ ਪੰਜਵਾ, ਵਾਰ ਸਲੋਕਾਂ ਨਾਲ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ। ਆਦਿ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਸਿਮਰੰਤ ਸੰਤ ਸਰਵਤਰ ਰਮਣੰ, ਨਾਨਕ ਅਗਨਾਸਨ ਜਗਦੀਸ਼ਰ ਹੈ। ਪੇਖਨ ਸੁਨਨ ਸੁਨਾਵਨੋ, ਮਨ ਮੈਂ ਦ੍ਰਿੜੀਐ ਸਾਜ, ਪੂਰ ਰਹਿਓ ਸਰਬਤਰ ਮੈਂ, ਨਾਨਕ ਹਰ ਰੰਗ ਰਾਜ। ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਮਹਾਨ ਪੁੰਜ, ਨਾਮ ਬਾਣੀ ਦੇ ਬੋਹਿਤ, ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੈਤਸਰੀ ਰਾਗ ਵਿੱਚ ਵਾਰ ਸਲੋਕਾਂ ਨਾਲ ਇਹ ਵਾਰ ਉਚਾਰਨ ਕੀਤੀ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੱਧ ਭਾਗ ਰੂਪ ਉਚਾਰਨ ਕੀਤਾ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 705 ਉੱਪਰ ਸੁਭਾਇਮਾਨ ਹੈ। ਇਸ ਵਿੱਚ 20 ਸ਼ਲੋਕ ਅਤੇ 20 ਪੌੜੀਆਂ ਹਨ। ਸ਼ਲੋਕ ਅਤੇ ਮਹੱਲਾ ਕੋਈ ਨਹੀਂ ਹੈ, ਸ਼ਲੋਕ ਤੋਂ ਬਾਅਦ ਪੌੜੀ ਹੈ। ਅਮੂਮਨ 12 ਵਿੱਚ ਪਹਿਲਾਂ ਸ਼ਲੋਕ ਆਉਂਦਾ ਹੈ, ਫਿਰ ਮਹੱਲਾ ਆਉਂਦਾ ਹੈ, ਫਿਰ ਪੌੜੀ ਆਉਂਦੀ ਹੈ। ਪਰ ਜੈਤਸਰੀ ਕੀ ਵਾਰ ਜੋ ਸ਼ਲੋਕਾਂ ਨਾਲ ਉਚਾਰਨ ਕੀਤੀ ਹੈ, ਕਈ 12 ਸ਼ਲੋਕ ਮਹੱਲਿਆਂ ਤੋਂ ਬਿਨਾਂ ਹਨ, ਸਿਰਫ ਪੌੜੀਆਂ ਹੀ ਹਨ। ਜਿਵੇਂ ਪੰਚਮ ਪਿਤਾ ਜੀ ਨੇ ਬਸੰਤ ਕੀ ਵਾਰ ਮਹੱਲ ਪੰਜਵਾ, ਬਸੰਤ ਕੀ ਵਾਰ ਵਿੱਚ 3 ਪੌੜੀਆਂ ਹੀ ਉਚਾਰਨ ਕੀਤੀਆਂ ਹਨ। ਇਸੇ ਤਰ੍ਹਾਂ ਰਾਮਕਲੀ ਦੀ ਤੀਜੀ ਵਾਰ ਵਿੱਚ 8 ਪੌੜੀਆਂ ਹੀ ਉਚਾਰਨ ਕੀਤੀਆਂ ਹਨ। ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤਾ ਢੂਮ ਆਖੀ, ਇਸ ਵਿੱਚ 8 ਪੌੜੀਆਂ ਹੀ ਹਨ, ਸ਼ਲੋਕ ਅਤੇ ਮਹੱਲਾ ਕੋਈ ਵੀ ਨਹੀਂ ਹੈ। ਤੇ ਕੁਝ ਸ਼ਲੋਕਾਂ ਦੇ ਨਾਲ ਵਾਰ ਉਚਾਰਨ ਕੀਤੀ ਹੈ। ਜਿਵੇਂ ਅੰਮ੍ਰਿਤ ਵੇਲੇ ਆਪਾਂ ਰੋਜ਼ਾਨਾ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਹਾਂ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਸਾ ਰਾਗ ਵਿੱਚ ਸ਼ਲੋਕਾਂ ਦੇ ਨਾਲ ਵਾਰ ਉਚਾਰਨ ਕੀਤੀ ਹੈ। ਬਾਣੀ ਦਾ ਸਿਰਲੇਖ ਹੈ ਆਸਾ ਮਹੱਲਾ ਪਹਿਲਾ, ਵਾਰ ਸ਼ਲੋਕਾਂ ਨਾਲ, ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਸਾਰੇ ਸ਼ਲੋਕ ਮਹੱਲੇ ਅਤੇ ਪੌੜੀਆਂ ਸਹਿਤ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਹਨ। ਅਖੀਰਲੇ 1-2 ਸ਼ਲੋਕ ਦੂਜੇ ਪਾਤਸ਼ਾਹ ਜੀ ਦੇ ਆਉਂਦੇ ਹਨ। ਬਾਕੀ ਸਾਰੇ ਸ਼ਲੋਕ ਮਹੱਲਾ ਪੌੜੀ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ। ਇਸੇ ਤਰ੍ਹਾਂ ਪੰਚਮ ਪਿਤਾ ਜੀ ਨੇ ਜੈਤਸਰੀ ਕੀ ਵਾਰ ਸ਼ਲੋਕਾਂ ਨਾਲ ਉਚਾਰਨ ਕੀਤੀ ਹੈ।
ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੱਧ ਭਾਗ ਰੂਪ ਕਥਨ ਕੀਤਾ ਹੈ। ਇਸ ਵਿੱਚ ਪਰਮਾਤਮਾ ਦੀ ਬੇਅੰਤਤਾ ਸਰਵ ਵਿਆਪਕਤਾ ਵਰਣਨ ਕਰ ਰਹੇ ਹਨ। ਪਹਿਲਾਂ ਬੀਜ ਮੰਤਰ ਮੰਗਲ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦੁੱਤੀ ਪਾਰ ਬ੍ਰਹਮ ਪਰਮੇਸ਼ਰ ਜੋ ਸਜਾਤੀ ਵਿਜਾਤੀ ਸਵੈਗਤ ਭੇਦਾਂ ਤੋਂ ਰਹਿਤ ਹੈ, ਦੇਸ ਕਾਲ ਵਸਤੂ ਤੋਂ ਰਹਿਤ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਦ ਤਿੰਨੋਂ ਕਾਲ ਸੱਚਾ ਆਬਾਦ ਰੂਪ ਹੈ। ਗੁਰ ਚੇਤਨ ਸਰੂਪ ਪ੍ਰਸਾਦ ਆਨੰਦ ਸਰੂਪ ਹੈ। ਜੋ ਅਕਾਲ ਪੁਰਖ ਵਾਹਿਗੁਰੂ ਇੱਕੋ ਇੱਕ ਸਾਰਿਆਂ ਦਾ ਪ੍ਰਕਾਸ਼ਕ ਸਤ ਚਿਤ ਆਨੰਦ ਸਰੂਪ ਹੈ, ਉਹ ਪ੍ਰਾਪਤ ਕਿਵੇਂ ਹੁੰਦਾ ਹੈ? ਗੁਰ ਪ੍ਰਸਾਦ, ਗੁਰਾਂ ਦੀ ਕਿਰਪਾ ਦੁਆਰੇ ਪ੍ਰਾਪਤ ਹੁੰਦਾ ਹੈ। ਹੁਣ ਸਲੋਕ ਉਚਾਰਨ ਕਰਦੇ ਹਨ। ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਜੋ ਪਰਮ ਈਸ਼ਵਰ ਪਰਮਾਤਮਾ ਹੈ, ਜੋ ਸ੍ਰਿਸ਼ਟੀ ਦੇ ਆਦ ਵਿੱਚ ਵੀ ਪੂਰਨ ਸੀ, ਵਰਤਮਾਨ ਕਾਲ ਵਿੱਚ ਵੀ ਪੂਰਨ ਹੈ, ਸ੍ਰਿਸ਼ਟੀ ਦੇ ਅੰਤ ਵਿੱਚ ਵੀ ਉਹ ਪਰਿਪੂਰਨ ਹੋਵੇਗਾ। ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦ ਵਿੱਚ ਪਰਮਾਤਮਾ ਦਾ ਨਾਮ ਪੂਰਨ ਹੈ। ਜਿਵੇਂ ਇੱਕ ਓੰਕਾਰ ਸਤਿਨਾਮ, ਮੱਧ ਭਾਗ ਵਿੱਚ ਵੀ ਪਰਮਾਤਮਾ ਦਾ ਨਾਮ ਪੂਰਨ ਹੈ। ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰ ਨਾਮ ਭੋਜਨ ਖਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤ ਵਿੱਚ ਵੀ ਪਰਮਾਤਮਾ ਦਾ ਨਾਮ ਪੂਰਨ ਹੈ। ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਆਦ ਮਦ ਅੰਤ ਤਿੰਨੇ ਸਮਿਆਂ ਵਿੱਚ ਪਰਮਾਤਮਾ ਦਾ ਜਸ, ਪਰਮਾਤਮਾ ਦਾ ਨਾਮ ਪੂਰਨ ਹੈ। ਜਿਸ ਨੂੰ ਸਿਮਰੰਤ ਸੰਤ ਸਰਬਤਰ ਰਮਣੰ, ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਰਮਾਤਮਾ ਦਾ ਜਸ ਰਮ ਰਿਹਾ ਹੈ। ਜਿਸ ਨੂੰ ਸੰਤ ਜਨ ਸਿਮਰਨ ਕਰਦੇ ਹਨ। ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਰ ਹੈ। ਜੋ ਜਗਤ ਦਾ ਈਸ਼ਵਰ ਮਾਲਕ ਪਰਮਾਤਮਾ ਸਾਰੇ ਅਗ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ। ਵੇਖਣ ਸੁਣਨ ਸੁਣਾਵਨੋ ਮਨ ਮੈਂ ਦ੍ਰਿੜੀਐ ਸਾਚ। ਸੰਤ ਜਨ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਕਰਦੇ ਹਨ, ਬਾਣੀ ਆਪ ਸੁਣਦੇ ਹਨ, ਹੋਰਨਾਂ ਨੂੰ ਸੁਣਾਉਂਦੇ ਹਨ, ਮਨ ਵਿੱਚ ਸੱਚੇ ਨਾਮ ਨੂੰ ਦ੍ਰਿੜ ਕਰਕੇ ਧਾਰਨ ਕਰਦੇ ਹਨ। ਵੇਖਣ ਸੁਣਨ ਸੁਣਾਵਨੋ ਮਨ ਮੈਂ ਦ੍ਰਿੜੀਐ ਸਾਚ। ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਜ। ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਰਮਾਤਮਾ ਦਾ ਜਸ ਰਮ ਰਿਹਾ ਹੈ। ਜਿਸ ਸੱਚੇ ਨਾਮ ਨੂੰ ਦ੍ਰਿੜ ਕਰਕੇ ਸੰਤ ਜਨ ਹਿਰਦੇ ਵਿੱਚ ਧਾਰਨ ਕਰਦੇ ਹਨ, ਸੱਚੇ ਨਾਮ ਦੇ ਨਾਲ ਰਚੇ ਰਹਿੰਦੇ ਹਨ। ਹੁਣ ਇਸੇ ਸਲੋਕ ਦੀ ਵਿਆਖਿਆ ਪੌੜੀ ਵਿੱਚ ਕਰ ਰਹੇ ਹਨ। ਸਲੋਕ ਮੂਲ ਰੂਪ ਹੈ, ਪੌੜੀ ਵਿਆਖਿਆ ਰੂਪ ਹੈ। ਜੋ ਸਲੋਕ ਉਚਾਰਨ ਕੀਤਾ ਉਸੇ ਸਲੋਕ ਦੀ ਵਿਆਖਿਆ ਪੌੜੀ ਵਿੱਚ ਕੀਤੀ ਹੈ ਪੰਚਮ ਪਿਤਾ ਜੀ ਨੇ। ਪੌੜੀ ਹਰੇਕ ਨਿਰੰਜਨ ਧਿਆਈਐ ਸਭ ਅੰਤਰ ਸੋਈ। ਜੋ ਨਿਰੰਜਨ ਮਾਇਆ ਮਲ ਅਵਿਦਿਆ ਤੋਂ ਰਹਿਤ ਹਰੀ ਪਰਮਾਤਮਾ ਹੈ, ਉਸ ਨੂੰ ਧਿਆਉਣਾ ਕਰੀਏ। ਹਰੇਕ ਨਿਰੰਜਨ ਗਾਈਏ, ਉਸ ਦੇ ਗੁਣਾਂ ਨੂੰ ਗਾਉਣਾ ਕਰੀਏ। ਜੋ ਪਾਤਾਲ ਦੀਪ ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ। ਜਿਸ ਨੂੰ ਪਰਮਾਤਮਾ ਆਪ ਸਮਝਾਉਂਦਾ ਹੈ ਉਹੀ ਸਮਝਦਾ ਹੈ। ਜੋ ਸਮਝਦਾ ਹੈ ਉਹ ਨਿਰਮਲ ਜਨ ਹੈ, ਪਵਿੱਤਰ ਤੋਂ ਵੀ ਪਵਿੱਤਰ ਹੈ। ਸਮਝਾਇਆ ਸਮਝ ਆ ਗਈ, ਜਿਸ ਨੂੰ ਸਮਝ ਆ ਗਈ ਉਹ ਸਭ ਤੋਂ ਪਵਿੱਤਰ ਨਿਰਮਲ ਜਨ ਹੈ। ਸੋ ਸਾਧ ਸੰਗਤ ਜੀ, ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਨੂੰ ਹਿਰਦੇ ਵਿੱਚ ਵਸਾਉਂਦੇ ਹੋਏ ਆਓ ਲੜੀਵਾਰ ਕਥਾ ਦੇ ਨਾਲ ਜੁੜੀਏ, ਰਸਨਾ ਪਵਿੱਤਰ ਕਰੀਏ। ਸਾਰੇ ਮਾਈ ਭਾਈ ਗੱਜ ਵੱਜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਫਿਰ ਸਾਰੇ ਗੱਜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹੱਲਾ ਪੰਜਵਾ। ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਸਾਧ ਸੰਗਤ ਜੀ, ਲੜੀਵਾਰ ਕਥਾ ਵਿੱਚ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਮਹਾਨ ਪੁੰਜ, ਨਾਮ ਬਾਣੀ ਦੇ ਬੋਹਿਤ, ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਰੰਗ ਰਾਗ ਵਿੱਚ ਘਰ ਤੀਜੇ ਸੁਰਤਾਲ ਵਿੱਚ ਸ਼ਬਦ ਉਚਾਰਨ ਕਰ ਰਹੇ ਹਨ।
ਪਹਿਲਾਂ ਬੀਜ ਮੰਤਰ ਮੰਗਲ ਉਚਾਰਨ ਕਰਦੇ ਹਨ। ਇੱਕ ਜੋ ਅਦੁੱਤੀ ਪਾਰਬ੍ਰਹਮ ਪਰਮੇਸ਼ਰ ਜੋ ਸਜਾਤੀ ਵਿਜਾਤੀ ਸਵੈਗਤ ਭੇਦਾਂ ਤੋਂ ਰਹਿਤ ਹੈ, ਦੇਸ਼ ਕਾਲ ਵਸਤੂ ਤੋਂ ਰਹਿਤ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਦ ਤਿੰਨੋਂ ਕਾਲ ਸੱਚਾ ਆਬਾਦ ਰੂਪ ਹੈ, ਗੁਰ ਚੇਤਨ ਸਰੂਪ ਪ੍ਰਸਾਦ ਆਨੰਦ ਸਰੂਪ ਹੈ। ਜੋ ਅਕਾਲ ਪੁਰਖ ਵਾਹਿਗੁਰੂ ਇੱਕੋ ਇੱਕ ਸਾਰਿਆਂ ਦਾ ਪ੍ਰਕਾਸ਼ਕ ਸਤ ਚਿਤ ਆਨੰਦ ਸਰੂਪ ਹੈ, ਉਹ ਪ੍ਰਾਪਤ ਕਿਵੇਂ ਹੁੰਦਾ ਹੈ? ਗੁਰ ਪ੍ਰਸਾਦ, ਗੁਰਾਂ ਦੀ ਕਿਰਪਾ ਦੁਆਰੇ ਪ੍ਰਾਪਤ ਹੁੰਦਾ ਹੈ। ਹੁਣ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਰੰਗ ਰਾਗ ਵਿੱਚ ਘਰ ਤੀਜੇ ਸੁਰਤਾਲ ਵਿੱਚ ਸ਼ਬਦ ਉਚਾਰਨ ਕਰ ਰਹੇ ਹਨ। ਮਨ ਕਹਾਂ ਲੁਭਾਈਐ ਆਨ ਕਉ। ਪੰਚਮ ਪਿਤਾ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਹੇ ਮਨ, ਪਰਮ ਪਿਤਾ ਪਰਮਾਤਮਾ ਨੂੰ ਛੱਡ ਕਰਕੇ ਤੂੰ ਆਨ ਕਹੋ, ਹੋਰ ਦੂਜਿਆਂ ਵੱਲ ਕਿਉਂ ਲੁਭਾਇਮਾਨ ਹੋ ਰਿਹਾ ਹੈ? ਖਸਮ ਛੋੜ ਦੂਜੇ ਲੱਗੇ ਡੂਬੇ ਸੇ ਬਣ ਜਾ ਰਿਹਾ, ਸਤਿਗੁਰੂ ਹੈ ਬੋਇ ਥਾ ਬਿਰਲੇ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਪਰਮਾਤਮਾ ਨੂੰ ਛੱਡ ਕੇ ਤੂੰ ਆਨ ਹੋਰਨਾਂ ਨਾਲ ਕਿਉਂ ਲੁਭਾਇਮਾਨ ਹੋ ਰਿਹਾ ਹੈ? ਹੋਰ ਦੇਵੀ ਦੇਵਤਿਆਂ ਦੀ ਉਪਾਸਨਾ ਵਿੱਚ ਕਿਉਂ ਲੱਗ ਰਿਹਾ ਹੈ? ਜੋ ਸਾਰਿਆਂ ਤੋਂ ਵੱਡਾ ਸਾਰਿਆਂ ਤੋਂ ਉੱਚਾ ਮਾਲਕ ਪਰਮਾਤਮਾ ਹੈ, ਉਸ ਨੂੰ ਛੱਡ ਕੇ ਤੂੰ ਦੇਵੀ ਦੇਵਤਿਆਂ ਦੀ ਉਪਾਸਨਾ ਵਿੱਚ ਲੱਗਿਆ ਹੈ। ਭਗਤ ਕਬੀਰ ਜੀ ਦੇ ਜੀਵਨ ਵਿੱਚ ਇੱਕ ਉਲੇਖ ਆਉਂਦਾ ਹੈ। ਬਹੁਤ ਸਾਰੇ ਸਰੋਤੇ ਜਗਿਆਸੂ ਜਨ ਕਥਾ ਸੁਣਨ ਆਉਂਦੇ ਸਨ। ਇੱਕ ਨੌਜਵਾਨ ਵੀ ਆਉਂਦਾ ਸੀ ਤੇ ਇੱਕ ਦਿਨ ਕਥਾ ਸੁਣਨ ਜਾ ਰਿਹਾ ਸੀ। ਰਾਹ ਵਿੱਚ ਅਨਮਤੀਆ ਮਿਲ ਗਿਆ, ਸੇਵਾ ਦਾ ਉਪਾਸਕ ਮਿਲ ਗਿਆ। ਉਸਨੇ ਪੁੱਛਿਆ, ਭਾਈ ਤੈਨੂੰ ਮੈਂ ਰੋਜ਼ ਦੇਖਦਾ, ਤੂੰ ਕਬੀਰ ਜੀ ਦੀ ਸੰਗਤ ਵਿੱਚ ਕਥਾ ਸੁਣਨ ਜਾਂਦਾ ਹੈ, ਤੈਨੂੰ ਕੀ ਪ੍ਰਾਪਤ ਹੋਇਆ? ਕਹਿੰਦੇ ਪ੍ਰਾਪਤ ਤਾਂ ਕੁਛ ਨਹੀਂ ਹੋਇਆ। ਕਹਿੰਦੇ ਤੂੰ ਮੇਰੇ ਆਖੇ ਲੱਗ ਕੇ ਸ਼ਿਵਾਂ ਦੀ ਉਪਾਸਨਾ ਕਰ, ਤੇਰਾ ਕੰਮ ਸੋਹਣਾ ਚੱਲ ਪਵੇਗਾ। ਉਹਦੇ ਆਖੇ ਲੱਗ ਕੇ ਕਬੀਰ ਜੀ ਦੀ ਸੰਗਤ ਛੱਡ ਬੈਠਾ, ਸ਼ਿਵਾਂ ਦੀ ਉਪਾਸਨਾ ਵਿੱਚ ਲੱਗ ਗਿਆ। ਕੁਦਰਤੀ ਉਹਦਾ ਕੰਮ ਸੋਹਣਾ ਚੱਲ ਪਿਆ। ਉਹ ਕਬੀਰ ਜੀ ਦੀ ਸੰਗਤ ਵਿੱਚ ਹੁਣ ਨਹੀਂ ਜਾਂਦਾ ਹੈ। ਇੱਕ ਦਿਨ ਰਾਹ ਵਿੱਚ ਮੇਲ ਹੋ ਗਿਆ ਤੇ ਮੂੰਹ ਫੇਰ ਕੇ ਲੰਘਣ ਲੱਗਿਆ। ਭਗਤ ਕਬੀਰ ਜੀ ਨੇ ਕਿਹਾ, ਓਏ ਪ੍ਰੇਮੀਆਂ, ਤੂੰ ਰੋਜ਼ਾਨਾ ਬਿਨਾਂ ਨਾਗਾ ਸਾਡੀ ਸਤ ਸੰਗਤ ਵਿੱਚ ਆਉਂਦਾ ਸੈਂ, ਕਥਾ ਸੁਣਦਾ ਸੈਂ, ਕੀ ਗੱਲ ਹੁਣ ਅੱਜ ਕੱਲ੍ਹ ਆਉਂਦਾ ਨਹੀਂ? ਕਹਿੰਦੇ ਕੀ ਦੱਸਾਂ ਭਗਤ ਜੀ, ਕਾਫੀ ਚਿਰ ਤੁਹਾਡੀ ਸੰਗਤ ਕੀਤੀ ਪਰ ਪ੍ਰਾਪਤ ਕੁਛ ਨਹੀਂ ਹੋਇਆ। ਜਦ ਤੋਂ ਮੈਂ ਸ਼ਿਵਾਂ ਦੀ ਉਪਾਸਨਾ ਸ਼ੁਰੂ ਕੀਤੀ ਆ, ਮੇਰਾ ਕੰਮ ਸੋਹਣਾ ਚੱਲ ਪਿਆ। ਉਸ ਨੂੰ ਤਾੜ ਕੇ ਉਪਦੇਸ਼ ਦਿੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਣੀ ਦਰਜ ਹੈ। ਮਿਸਰਿਤ ਰਾਗ ਵਿੱਚ ਭਗਤ ਕਬੀਰ ਜੀ ਨੇ ਬਾਣੀ ਉਚਾਰਨ ਕੀਤੀ ਹੈ, ਦੋ ਰਾਗਾਂ ਵਿੱਚ। ਗੌੜੀ ਵੀ ਸੋਰਠ ਵੀ ਬਾਣੀ ਦਾ ਸਿਰਲੇਖ ਹੈ। ਇਹ ਸ਼ਬਦ ਗੌੜੀ ਰਾਗ ਵਿੱਚ ਵੀ ਗਾਇਆ ਜਾਂਦਾ, ਸੋਰਠ ਰਾਗ ਵਿੱਚ ਵੀ ਗਾਇਆ ਜਾਂਦਾ। ਗੌੜੀ ਵੀ ਸੋਰਠ ਵੀ। ਰੇ ਜੀ ਨਿਲਜ ਲਾਜ ਤੋਹਿ ਨਾਹੀ, ਐ ਨਿਰਲਜ ਬੇਸ਼ਰਮ ਪੁਰਸ਼ਾ, ਤੈਨੂੰ ਸ਼ਰਮ ਨਹੀਂ ਆਉਂਦੀ? ਹਰ ਤਜ ਕਦ ਕਾਹੂ ਕੇ ਜਾਹੀ, ਹਰੀ ਪਰਮੇਸ਼ਰ ਨੂੰ ਛੱਡ ਕੇ ਤੂੰ ਕਿਹੜੇ ਪਾਸੇ ਲੱਗਿਆ ਫਿਰਦਾ ਹੈ? ਹਰ ਤਜ ਕਦ ਕਾਹੂ ਕੇ ਜਾਹੀ, ਜਾਂ ਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨ ਸੋਈ। ਜਿਹਦਾ ਆਪਣਾ ਮਾਲਕ ਸਾਰਿਆਂ ਤੋਂ ਉੱਚਾ ਸਾਰਿਆਂ ਤੋਂ ਵੱਡਾ ਹੋਵੇ, ਉਸ ਨੂੰ ਛੱਡ ਕੇ ਪਰਾਏ ਘਰ ਦੇਵੀ ਦੇਵਤਿਆਂ ਦੀ ਉਪਾਸਨਾ ਵਿੱਚ ਲੱਗਣ ਦੇ ਨਾਲ ਕੁਝ ਹਾਸਲ ਨਹੀਂ ਹੁੰਦਾ। ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੋ ਕਿਆ ਦੇ। ਦੇਵੀ ਦੇਵਤਿਆਂ ਨੂੰ ਪੂਜਣੇ ਕਰਕੇ ਮੰਗਣੇ ਕਰਕੇ ਕੀ ਮੰਗੋਗੇ, ਉਹ ਕੀ ਦੇ ਦੇਣਗੇ? ਦੇਵੀ ਦੇਵਤੇ ਵੀ ਤਾਂ ਅਕਾਲ ਪੁਰਖ ਵਾਹਿਗੁਰੂ ਪਾਸੋਂ ਮੰਗ ਕੇ ਆਪਣੇ ਭਗਤਾਂ ਨੂੰ ਦਿੰਦੇ ਹਨ। ਤੇ ਕਿਉਂ ਨਾ ਡਾਇਰੈਕਟ ਉਸ ਪਰਮਾਤਮਾ ਪਾਸੋਂ ਮੰਗੀਏ ਜੋ ਦੇਵੀ ਦੇਵਤਿਆਂ ਨੂੰ ਵੀ ਫਲ ਦਿੰਦਾ ਹੈ, ਉਹ ਅੱਗੋਂ ਆਪਣੇ ਭਗਤਾਂ ਨੂੰ ਦਿੰਦੇ ਹਨ। ਭੁਗਤੀ ਤਾਂ ਦੇ ਸਕਦੇ ਹਨ ਪਰ ਮੁਕਤੀ ਨਹੀਂ ਦੇ ਸਕਦੇ। ਪਰ ਉਹ ਅਕਾਲ ਪੁਰਖ ਵਾਹਿਗੁਰੂ ਭੁਗਤੀ ਵੀ ਦਿੰਦਾ ਹੈ ਔਰ ਮੁਕਤੀ ਵੀ ਦਿੰਦਾ ਹੈ, ਪਦਾਰਥ ਵੀ ਦਿੰਦਾ ਹੈ ਔਰ ਮੁਕਤ ਵੀ, ਜੀਵਨ ਮੁਕਤ ਵਿਦੇਹ ਮੁਕਤ ਵੀ ਕਰ ਦਿੰਦਾ ਹੈ। ਸੋ ਉਸ ਨੂੰ ਤਾੜ ਕੇ ਉਪਦੇਸ਼ ਦਿੰਦੇ ਹਨ। ਇੱਥੇ ਪੰਚਮ ਪਿਤਾ ਜੀ ਫਰਮਾ ਰਹੇ ਹਨ, ਹੇ ਮਨ,
ਪਰਮਾਤਮਾ ਨੂੰ ਛੱਡ ਕੇ ਆਨ ਹੋਰਨਾਂ ਵਿੱਚ ਕਿਉਂ ਲੁਭਾਇਮਾਨ ਹੋ ਰਿਹਾ ਹੈ? ਈਤ ਊਤ ਪ੍ਰਭ ਸਦਾ ਸਹਾਈ। ईत ऊत इहाँ उहाँ लोक परलोक में जो प्रभु सदा सहायक है। जी संग तेरे काम का, जो परमात्मा तेरे जी दा साथी है, मित्र है, वो सच्चा मित्र है। दुनियावी मित्रता स्वार्थी ਹਨ, ਉਹ ਨਿਸਵਾਰਥ ਦੋਸਤੀ ਨਿਭਾਉਣ ਵਾਲਾ ਸੱਚਾ ਦੋਸਤ, ਸੱਚਾ ਮਿੱਤਰ ਹੈ ਪਰਮਾਤਮਾ। ਪੰਚਮ ਪਿਤਾ ਜੀ ਫਰਮਾਉਂਦੇ ਹਨ, ਹਰ ਇੱਕ ਸੈ ਨਾਲ ਮੈਂ ਦੋਸਤੀ, ਹਰ ਇੱਕ ਸੈ ਨਾਲ ਮੈਂ ਸੰਗ, ਹਰ ਇੱਕੋ ਮੇਰਾ ਸੱਜਣੋ, ਹਰ ਇੱਕ ਸੈ ਨਾਲ ਮੈਂ ਰੰਗ। ਮੇਰਾ ਸੱਚਾ ਦੋਸਤ ਇੱਕ ਪਰਮਾਤਮਾ ਹੈ, ਮੈਂ ਉਸ ਦੇ ਨਾਲ ਦੋਸਤੀ ਕੀਤੀ ਹੈ, ਉਸੇ ਦੇ ਨਾਲ ਮੇਰਾ ਸੰਗ ਸਾਥ ਹੈ, ਉਸੇ ਦੇ ਨਾਲ ਮੇਰਾ ਰੰਗ ਪ੍ਰੇਮ ਹੈ। ਦੁਨਿਆਵੀ ਮਿੱਤਰਤਾ ਸਵਾਰਥੀ ਹਨ। ਜਬ ਹੀ ਨਿਰਧਨ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ। ਜਦੋਂ ਮਿੱਤਰ ਦੇਖਦਾ ਹੈ ਕਿ ਮੇਰਾ ਮਿੱਤਰ ਨਿਰਧਨ ਹੋ ਗਿਆ, ਕੰਗਾਲ ਹੋ ਗਿਆ, ਸਾਥ ਛੱਡ ਕੇ ਭੱਜ ਜਾਂਦੇ ਹਨ। ਉਹ ਸਾਥ ਨਹੀਂ ਨਿਭਾਉਂਦੇ, ਪਰ ਪਰਮਾਤਮਾ ਵਿਪਤਾ ਕਾਲ ਵਿੱਚ ਵੀ ਸਾਥ ਨਿਭਾਉਂਦਾ ਹੈ। ਦੁੱਖ ਸੁੱਖ ਵਿੱਚ ਉਹ ਪਰਮਾਤਮਾ ਸਹਾਇਕ ਹੁੰਦਾ ਹੈ। ਜੋ ਲੋਕ ਪਰਲੋਕ ਵਿੱਚ ਸਹਾਇਤਾ ਕਰਨ ਵਾਲਾ ਪਰਮਾਤਮਾ ਜੀਵ ਦਾ ਸਾਥੀ ਹੈ, ਤੇਰੇ ਸਾਰੇ ਕੰਮਾਂ ਨੂੰ ਸਵਾਰਨ ਵਾਲਾ ਹੈ, ਸਵਾਰਨ ਵਿੱਚ ਸਮਰੱਥ ਹੈ। ਰਹਾਉ ਵਿਸਰਾਮ ਦੇ ਕੇ ਪਾਤਸ਼ਾਹ ਜੀ ਅੱਗੇ ਫਰਮਾਉਂਦੇ ਹਨ, ਅੰਮ੍ਰਿਤ ਨਾਮ ਪ੍ਰੀਤ ਮਨੋਹਰ। ਪਿਆਰੇ ਪ੍ਰੀਤਮ ਪਰਮਾਤਮਾ ਦਾ ਜੋ ਨਾਮ ਅੰਮ੍ਰਿਤ ਮਨੋਹਰ ਅਤੀ ਸੁੰਦਰ ਹੈ। ਜੋ ਪਰਮਾਤਮਾ ਦਾ ਨਾਮ अति सुंदर है, जो प्यारा प्रीतम परमात्मा है। यह अघावन पान को, नाम अमृत पीण वालियां नू यही नाम अमृत साध संतन की। जो अकाल पुरख वाहिगुरु दी मूर्ति है, उस मूर्ति का ध्यान करने नू ਠਾਹਰਨੀ की ध्यान का। ਸੰਤਾਂ ਸਾਧਾਂ ਸੰਤਾਂ ਦੀ ਜੋ ਠਾਹਰ ਜਗ੍ਹਾ ਹੈ, ਉਹ ਜਗ੍ਹਾ ਸਾਰੇ ਅਸਥਾਨਾਂ ਨਾਲੋਂ ਸ੍ਰੇਸ਼ਟ ਅਸਥਾਨ ਹੈ। ਸੰਤਾਂ ਦੀ ਸੰਗਤ ਵਿੱਚ ਬੈਠ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਵਿੱਚ ਧਿਆਨ ਜੁੜ ਜਾਂਦਾ ਹੈ। ਉੱਥੇ ਦਾ ਜੋ ਵਾਤਾਵਰਨ ਹੈ ਉਹ ਬਹੁਤ ਸ਼ੁੱਧ ਅਤੇ ਸਵੱਛ ਹੁੰਦਾ ਹੈ। ਨਾਮ ਦੇ ਪ੍ਰਤਾਪ ਕਰਕੇ ਉਹ ਸਾਰੀ ਧਰਤੀ ਪਵਿੱਤਰ ਹੋਈ ਹੁੰਦੀ ਹੈ। ਉਹ ਧਰਤੀ ਚਾਰਜ ਹੋ ਜਾਂਦੀ ਹੈ ਔਰ ਉੱਥੇ ਬੈਠ ਕਰਕੇ ਜਿੱਥੇ ਸੰਤਾਂ ਦਾ ਅਸਥਾਨ ਹੈ, ਸੰਤਾਂ ਦੇ ਅਸਥਾਨ 'ਤੇ ਬੈਠ ਕੇ ਜੋ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦਾ ਧਿਆਨ ਕਰਦਾ ਹੈ, ਉਹ ਅਸਥਾਨ ਸਭ ਤੋਂ ਸ੍ਰੇਸ਼ਟ ਹੈ। ਬਾਣੀ ਮੰਤਰ ਮਹਾਪੁਰਖਨ ਕੀ। ਮਹਾਪੁਰਖਾਂ ਦੀ ਜੋ ਉਚਾਰੀ ਹੋਈ ਬਾਣੀ ਹੈ, ਇਹੀ ਗਾਰੁੜੀ ਮੰਤਰ ਹੈ। ਮਨ ਹੈ ਉਤਾਰਨ ਮਾਨ ਕਾ। ਮਹਾਪੁਰਖਾਂ ਦੀ ਉਚਾਰੀ ਹੋਈ ਜੋ ਬਾਣੀ ਹੈ, ਇਹ ਮਨ ਵਿੱਚੋਂ ਮਾਨ ਰੂਪੀ, ਹੰਕਾਰ ਰੂਪੀ ਵਿਉਹ ਨੂੰ ਉਤਾਰਨ ਵਾਸਤੇ ਗਾਰੁੜੀ ਮੰਤਰ ਰੂਪ ਹੈ, ਜੋ ਮਨ ਦੇ ਮਾਨ ਨੂੰ ਉਤਾਰ ਦਿੰਦੀ ਹੈ। ਸੰਤਾਂ ਦੀ ਉਚਾਰੀ ਹੋਈ ਬਾਣੀ ਇਹ ਗਾਰੁੜੀ ਮੰਤਰ ਹੈ, ਜੋ ਮਨ ਵਿੱਚੋਂ ਮਾਨ ਨੂੰ, ਮਾਨ ਰੂਪੀ ਵਿਉਹ ਨੂੰ ਲਾ ਦਿੰਦੀ ਹੈ, ਉਤਾਰ ਦਿੰਦੀ ਹੈ। ਭਗਤ ਕਬੀਰ ਜੀ ਫਰਮਾਉਂਦੇ ਹਨ, कबीर माया तजी तो क्या पाया, जो मान तजया नहीं जाए। मान मुनि मुन बरगले, मान सब है को खाए। मान हंकार सारिਆਂ ਨੂੰ खा ਜਾਂਦਾ है। ਇਸ ਲਈ ਤਿਆਗੀਏ ਗੁਮਾਨ ਮਾਨ। ਮਾਨ ਤੇ ਗੁਮਾਨ ਦਾ ਤਿਆਗ ਕਰਨਾ ਚਾਹੀਦਾ ਹੈ। ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਹਰ ਜੀਓ ਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵੇ। ਹਰ ਜੀਓ ਨੂੰ ਹੰਕਾਰ ਜਰਾ ਵੀ ਪਸੰਦ ਨਹੀਂ। ਇਸ ਲਈ ਮਨ ਵਿੱਚੋਂ ਮਾਨ ਰੂਪੀ ਵਿਉਹ ਨੂੰ ਉਤਾਰਨੇ ਨੂੰ ਸੰਤਾਂ ਦੀ ਉਚਾਰੀ ਹੋਈ ਬਾਣੀ ਗਾਰੁੜੀ ਮੰਤਰ ਹੈ। ਖੋਜ ਲਹਿਓ ਨਾਨਕ ਸੁਖ ਥਾਨਾ। ਅਸਾਂ ਨੇ ਸੁੱਖਾਂ ਦਾ ਸਥਾਨ ਵਾਹਿਗੁਰੂ ਦਾ ਨਾਮ ਲੱਭ ਲਿਆ ਹੈ। ਹਰ ਨਾਮਾ ਬਿਸਰਾਮ
ਮਨ ਦੇ ਵਿਸਰਾਮ ਕਰਨੇ ਨੂੰ ਉਹ ਸੁੱਖਾਂ ਦਾ ਸਥਾਨ ਹਰੀ ਨਾਮ ਅਸਾਂ ਨੇ ਲੱਭ ਲਿਆ ਹੈ। ਸਾਰੰਗ ਮਹੱਲਾ ਪੰਜਵਾ। ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਰੰਗ ਰਾਗ ਵਿੱਚ ਅਗਲਾ ਸ਼ਬਦ ਉਚਾਰਨ ਕਰ ਰਹੇ ਹਨ। ਮਨ ਸਦਾ ਮੰਗਲ ਗੋਬਿੰਦ ਗਾਏ। ਹੇ ਮਨ ਤੂੰ ਸਦਾ ਮੰਗਲਦਾਇਕ ਗੋਬਿੰਦ ਦੇ ਗੁਣਾਂ ਨੂੰ ਗਾਉਣਾ ਕਰ। ਸਾਧੋ ਗੋਬਿੰਦ ਕੇ ਗੁਣ ਗਾਵੋ। ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਵੋ। ਵਿਅਰਥ ਕਿਉਂ ਗਵਾਉਂਦੇ ਹੋ। ਗੋਬਿੰਦ ਦੇ ਗੁਣਾਂ ਨੂੰ ਗਾਉਣਾ ਕਰੋ। ਗੋਬਿੰਦ ਗੋਬਿੰਦ ਉਚਾਰਨਾ ਕਰੋ। गोविंद के चरणा च बेनती करो। गोविंद हम ऐसे अपराधी जिन प्रभ जियो पिंड था दिया तिसकी भाव भगत नहीं साधी। जिस गोविंद परमात्मा ने ये पिंड शरीर शरीर के अंदर श्वास पाए हैं कर्मानुसार गिण के उसका शुकराना करना चाहिए। उसका दिन रात उसकी सिफत करनी चाहिए है। हे मन तू सदैव काल दिन रात गोविंद परमात्मा जो मंगलों दे करन वाला है मंगलदायक है उसके गुणों नू गाउणा कर। रोग सोग तेरे मिटे सगल अग। जेकर तू गोविंद के गुणों नू गाएगा ते सारे रोग अज्ञान रोग हंकार रोग सोग चिंता फिकर सारे पाप सारे अग पाप सारे मिट जाणगे। निमख ही है हर नाम ध्याए। किवें मिटणगे पाप रोग सोग किवें मिटणगे। जिस वेले हिरदे विच उस हरि परमात्मा दे नाम नू ध्यावेगा तां रोग सोग चिंता फिकर सारे पाप विकार मिट जाणगे। रहाओ रहाओ विश्राम दे के पातशाह जी अगे फरमाउंदे हन। छोड़ सियानप बहु चतुराई। हे भाई बहुती सियाणप ते चतुराई छड़ दे। चतुराई सियाणपा किते काम ना आई है। ये किसे काम नहीं आउंदे। सहज सियाणपा लख होए ता एक न चले नाल। बहुती सियाणप नाल नहीं चलदी। उस परमात्मा दे नाल किसे दी चतुराई नहीं चलती। पंचम पिता जी फरमाउंदे हन बह खरीद क्या करे चतुराई ए जियो पिंड सब थारे। हे परमात्मा ये शरीर शरीर दे अंदर श्वास तन मन तन सब आप जी का दिता होया। मैं आप जी का बह खरीद गुलाम हाँ मुल खरीदया होया गुलाम हाँ और मैं आप जी दे अगे की चतुराई कर सकदा। सो छोड़ सियाण बहुत चतुराई बहुतियां सियाणपा चतुराइयां छड़ दे। साधु सरणी जाए पाए। साधु सुभाव वाले संतां दी शरण विच जाके अपने आप नू पाउणा कर। आत्म समर्पण कर दे। लोग लाज छड़ करके कोई भला कहो भावें बुरा कहो हम तन दियो है ढार। चतुराइयां सियाणपा छड़ करके संतां दी शरण विच अपने आप नू जाके पाउणा कर। जो होए कृपाल दीन दुख भंजन। दीना दे दुखां नू भंजन नाश करन वाला कृपालु परमात्मा जदों तेरे ऊपर कृपा दृष्टि करेगा कृपालु होवेगा। जमते हो धर्म राय। जिसदे ऊपर दीना दे दुखां नू कट्टण वाला कृपालु परमात्मा कृपा करदा है वो जम राजा तो धर्म राजा हो जांदा है। लोकां दे हिसाब करने नू दो व्यक्ति हन उन्हां दे दो नाम हन एक जम राजा एक धर्म राजा। पापियां लई जम राजा है पुन्नियां लई धर्म राजा है। ਜਿਹੜੇ ਪੁੰਨ ਆਤਮਾਨ ਉਹਨਾਂ ਪਾਸੋਂ ਧਰਮ ਰਾਜਾ ਹਿਸਾਬ ਮੰਗਦਾ ਹੈ ਤੇ ਪਾਪੀਆਂ ਕੋਲੋਂ ਜਮ ਰਾਜਾ ਹਿਸਾਬ ਮੰਗਦਾ ਹੈ। ਜਮ ਰਾਜਾ ਤੋਂ ਉਹ ਧਰਮ ਰਾਜਾ ਹੋ ਜਾਂਦਾ ਜਿਹਦੇ ਉੱਪਰ ਕਿਰਪਾ ਹੁੰਦੀ ਹੈ ਵਾਹਿਗੁਰੂ ਦੀ।
एकस बिन नाही को दूजा। एक अकाल पुरख वाहिगुरु तो बिना होर कोई दूजा नहीं है। आन नबियो लवै लाए। उस परमात्मा दे सदर्श कोई बीओ दूजा लवै सदर्श लाया नहीं जाता, ਉਹਦੇ ਲਵੇ ਕੋਈ ਦੂਜਾ ਲੱਗ ਨਹੀਂ ਸਕਦਾ। ਮਾਤ ਪਿਤਾ ਭਾਈ ਨਾਨਕ ਕੋ। ਗੁਰੂ ਸਾਹਿਬ ਜੀ ਫਰਮਾਉਂਦੇ ਹਨ ਉਹ ਪਰਮਾਤਮਾ ਮਾਤਾ ਪਿਤਾ ਰੂਪ ਹੈ, ਭਰਾ ਹੈ, ਸੰਬੰਧੀ ਹੈ, ਸਭ ਕੁਝ ਪਰਮਾਤਮਾ ਹੈ। परमात्मा ही माता है, परमात्मा ही पिता, संबंधी, पुत्र, भैन, भरा, सब कुछ परमात्मा है। सुख दाता हर प्राण साए। वो सारे सुखों का दाता है, प्राणा नू आसरा देने वाला है। वो प्राणपति परमात्मा है, प्राणा नू आसरा देने वाला, सुखों का दाता। चरण विच अपने आप नू पा दिओ जो सारे सुखों का दाता ते प्राणा का आधार है। सारंग महला पंजवा। पंचम पातशाह साहिब श्री गुरु अर्जन देव जी महाराज सारंग राग विच अगला शब्द उच्चारण कर रहे हैं। हर जन सगल उधारे संग के। ਜਿਹੜੇ ਸੰਤ ਜਨ ਹਨ ਆਪਣੇ ਸੰਗ ਦੇ ਸਾਥੀ ਜੀਵਾਂ ਨੂੰ ਉਧਾਰ ਦਿੱਤੇ ਹਨ, ਸਾਰੇ ਜੀਵ ਤਾਰ ਦਿੱਤੇ। ਜਿਨ੍ਹਾਂ ਨੇ ਸੰਤਾਂ ਦੀ ਸੰਗਤ ਕੀਤੀ, ਸੰਤ ਤਾਰਨ ਵਾਸਤੇ ਹੀ ਆਏ ਹਨ, ਜੀਵਾਂ ਨੂੰ ਨਾਮ ਜਪਾ ਕੇ ਤਾਰਨ ਵਾਸਤੇ ਆਏ ਹਨ। ਇਸ ਲਈ ਸੰਤਾਂ ਦੇ ਜਿੰਨੇ ਵੀ ਸਿੱਖ ਸੇਵਕ ਹਨ, ਸੰਗੀ ਸਾਥੀ ਹਨ, किरपा करके संतां ने नाम जपा के सारे जीव तार दिते। भय पुनीत पवित्र मन। संतां दे पवित्र मन तो सारे पुनीत हो गए। एक शब्द है पवित्र, एक पुनीत शब्द है। तीन बारी पवित्र कहिए तो एक पुनीत शब्द बनता है। पवित्र 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 पुनीत। नाम जपै नानक मन प्रीत। जो मन की प्रीति नाल वाहिगुरु नाम जपदा है वो पवित्र तो पुनीत हो जाता है। कहते पवित्र सुनते पुनीत। कहण वाला पवित्र हुंदा है, सुनन वाला पुनीत हो जाता है। वो पवित्र नालों भी उच्च पदवी नूं पा लैंदा है। सो गुरु साहिब जी फरमाउंदे हन कि भय पुनीत पवित्र मन। पवित्र मन वाले संतां तो सारे जीव पुनीत हो गए हैं। जन्म जन्म के दुख हरे। फिर उन्होंने जन्मां जन्मांतरां दे सारे दुख हरे दूर हो गए हैं। जिन्हां दा मन पवित्र हो गया, पवित्र मन वाले संतां दी संगत करन नाल जिन्हां दा मन पवित्र होया, उन्हां दे जन्मां जन्मांतरां दे दुख दूर हो गए हैं। रहाओ विश्राम दे के पातशाह जी अगे फरमाउंदे हन। मार्ग चले तिनी सुख पाया। जो संतां दे दसे हुए मार्ग ते चलते हैं उन्हां ने ही सुख पाया है। संत का मार्ग धर्म की पौड़ी को बड़भागी पाए। कोई बड़िया भागां वाला ही संतां दा दस्या होया मार्ग पाउंदा है ते धर्म दी पौड़ी उही पाउंदा है जो बड़िया भागां वाला है। संतां दे दस्से हुए मार्ग ते जो चले हन तिनी सुख पाया, उन्हां ने ही सुख पाया है। जिन स्यों गो सट से तरे। अते जिन्हां ने संतां दे नाल ज्ञान गोष्ठी कीती है वो भी तर गए हैं। भगत कबीर जी फरमाउंदे हन संत मिलै कि सुनिया कहिए, मिलै असंत मस्ट कर रही है। जे साधु स्वभाव वाले पूर्ण संत मिल जान, नाम रसिए संत मिलन ता कुछ कहो कुछ सुनो। मिलै असंत मस्ट कर रही है। एक हुंदा संत एक असंत, एक संत एक साकत। जे साकत मिल जाए तो मस्ट कर रही है, चुप कर रहो, ना बोलो ना सुनो।
संत मिलै के सुनिए कहिए, मिलै असंत मष्ट कर रही है। बाबा बोलना क्या कहिए, जैसे राम नाम रब रही है रहाओ। संतन स्यों बोले उपकारी, मूर्ख स्यों बोले चख मारी। बोलत बोलत बड़े बिकारा, बिन बोले क्या करे बिचारा। कहो कबीर छूछा कट बोले, भरिया होए सो कबह न डोले। ਜਿਹੜਾ ਅੱਧਾ ਘੜਾ ਜਲ ਦਾ ਭਰਿਆ ਅੱਧਾ ਖਾਲੀ ਹੁੰਦਾ ਉਹੀ ਛਲਕਦਾ ਹੈ। ਜਿਹੜਾ ਲਬਾ ਲਬ ਭਰਿਆ ਹੋਵੇ ਉਹ ਡੋਲਦਾ ਨਹੀਂ। ਜਿਹੜਾ ਗਿਆਨ ਦੇ ਨਾਲ ਭਰਿਆ ਹੋਇਆ ਹੈ, ਗਿਆਨਵਾਨ ਹੈ, ਉਹ ਬਾਦ ਵਿਵਾਦ ਵਿੱਚ ਨਹੀਂ ਪੈਂਦਾ, ਉਹ ਬਹਿਸ ਨਹੀਂ ਕਰਦਾ। ਸੋ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਜਿਨ ਸਿਉ ਗੋਸ਼ਟ ਸੇ ਤਰੇ। ਜਿਨ੍ਹਾਂ ਨੇ ਸੰਤਾਂ ਦੀ ਸੰਗਤ ਕੀਤੀ ਹੈ, ਸੰਤਾਂ ਤੋਂ ਉਪਦੇਸ਼ ਸੁਣਿਆ ਹੈ, ਗਿਆਨ ਗੋਸ਼ਟੀ ਕੀਤੀ ਹੈ, ਗਿਆਨ ਚਰਚਾ ਕੀਤੀ ਹੈ, ਉਹ ਵੀ ਜੀਵ ਤਰ ਗਏ ਹਨ। ਬੂਡਤ ਘੋਰ ਅੰਧ ਕੂਪ ਮਹ। ਜਿਹੜੇ ਘੋਰ ਭਿਆਨਕ ਸੰਸਾਰ ਰੂਪ ਅੰਨੇ ਖੂਬ ਵਿੱਚ ਗੋਤੇ ਖਾ ਰਹੇ ਸਨ, ਡੁੱਬ ਰਹੇ ਸਨ। ਤੇ ਸਾਧੂ ਸੰਗ ਪਾਰ ਪਰੇ। ਉਹ ਸੰਤਾਂ ਦੀ ਸਤ ਸੰਗਤ ਵਿੱਚ ਆ ਕੇ ਨਾਮ ਜਪ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਪੈ ਗਏ। ਜਿਨ ਕੇ ਭਾਗ ਬੜੇ ਹੈ ਭਾਈ। ਹੇ ਭਾਈ, ਜਿਨ੍ਹਾਂ ਦੇ ਭਾਗ ਸਭ ਤੋਂ ਵੱਡੇ ਹਨ, ਸਭ ਤੋਂ ਉੱਚੇ ਭਾਗ ਹਨ। ਸਾਧੂ ਸੰਗ ਮੁਖ ਜੁਰੇ। ਉਹਨਾਂ ਦਾ ਮੁਖ ਸਾਧੂ ਸੰਤਾਂ ਦੇ ਨਾਲ ਜੁੜ ਜਾਂਦਾ ਹੈ, ਭਾਵ ਸੰਤਾਂ ਦੇ ਨਾਲ ਮਿਲਾਪ ਹੁੰਦਾ ਹੈ। ਵੱਡਿਆਂ ਭਾਗਾਂ ਕਰਕੇ ਸੰਤਾਂ ਦੇ ਨਾਲ ਮਿਲਾਪ ਹੁੰਦਾ ਹੈ। ਸ਼ਾਂਤ ਆਤਮਾ ਪੂਰੇ ਗੁਰਾਂ ਦੇ ਨਾਲ ਮਿਲਾਪ ਹੁੰਦਾ ਹੈ ਵੱਡਿਆਂ ਭਾਗਾਂ ਕਰਕੇ। ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਸੋ ਜਿਨ੍ਹਾਂ ਦੇ ਬੜੇ ਉੱਚੇ ਭਾਗ ਹਨ, ਵੱਡੇ ਭਾਗ ਹਨ, ਉਹਨਾਂ ਦਾ ਮੁਖ ਸੰਤਾਂ ਦੇ ਨਾਲ ਜੁੜ ਜਾਂਦਾ ਹੈ, ਭਾਵ ਸੰਤਾਂ ਦੇ ਨਾਲ ਮਿਲਾਪ ਹੁੰਦਾ ਹੈ। ਦਿਨ ਕੀ ਧੂਰ ਬਾਛੈ ਨਿਤ ਨਾਨਕ। ਗੁਰੂ ਸਾਹਿਬ ਜੀ ਉਚਾਰਨ ਕਰ ਰਹੇ ਹਨ, ਉਹਨਾਂ ਸੰਤਾਂ ਦੇ ਚਰਨਾਂ ਦੀ ਧੂੜ ਨਿਤ ਬਾਛੈ, ਨਿਤ ਚਾਹੁੰਦਾ ਹਾਂ। ਜੋ ਸੰਤ ਸਵਾਸ ਸਵਾਸ ਨਾਮ ਜਪਣ ਵਾਲੇ ਹਨ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਿਨੇਹਿਆ, ਭੇਦ ਨ ਜਾਣੋ ਮੂਲ ਸਾਈਂ ਜਿਹਿਆ। ਉਹ ਸਾਈਂ ਦੇ ਸਰੂਪ ਹਨ, ਮਾਲਕ ਦੇ ਸਰੂਪ ਹਨ ਸੰਤ। ਕਬੀਰ ਰਾਮ ਸੰਤ ਮੈਂ ਭੇਦ ਕਿਛ ਨਾਹੀ, ਏਕ ਜਨ ਕਈ ਮੈਂ ਲੱਖ ਕਰੋੜੀ। ਰਾਮ ਵਾਹਿਗੁਰੂ ਵਿੱਚ ਤੇ ਸੰਤਾਂ ਵਿੱਚ ਕੋਈ ਫਰਕ ਨਹੀਂ ਹੈ। ਵਾਹਿਗੁਰੂ ਦੇ ਸਰਗੁਣ ਸਰੂਪ ਹਨ ਸੰਤ। ਸੋ ਐਸੇ ਪੂਰਨ ਸੰਤਾਂ ਦੇ ਚਰਨਾਂ ਦੀ ਧੂੜੀ ਨੂੰ ਮੈਂ ਨਿਤ ਬਾਛੈ ਚਾਹੁੰਦਾ ਹਾਂ। ਪ੍ਰਭ ਮੇਰਾ ਕਿਰਪਾ ਕਰੇ। ਪਰ ਉਹ ਚਰਨ ਧੂੜ ਮਿਲਦੀ ਕਿਵੇਂ ਹੈ? ਮੇਰਾ ਪ੍ਰਭੂ ਕਿਰਪਾ ਦ੍ਰਿਸ਼ਟੀ ਕਰੇ ਤਾਂ ਉਹ ਚਰਨ ਧੂੜ ਮਿਲਦੀ ਹੈ। ਹਰੇਕ ਨੂੰ ਚਰਨ ਧੂੜ ਪ੍ਰਾਪਤ ਨਹੀਂ ਹੁੰਦੀ। ਜਿਨ੍ਹਾਂ ਦੇ ਉੱਪਰ ਵਾਹਿਗੁਰੂ ਕਿਰਪਾ ਕਰਦਾ, ਸੰਤਾਂ ਦੇ ਮੇਲ ਨਾਲ ਮਿਲਾਉਂਦਾ ਹੈ, ਉਹਨਾਂ ਨੂੰ ਸੰਤਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਹੁੰਦੀ ਹੈ। ਸਾਰੰਗ ਮਹੱਲਾ ਪੰਜਵਾ। ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਰੰਗ ਰਾਗ ਵਿੱਚ ਅਗਲਾ ਸ਼ਬਦ ਉਚਾਰਨ ਕਰ ਰਹੇ ਹਨ। ਹਰ ਜਨ ਰਾਮ 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 ਧਿਆਏ। ਹਰੀ ਦੇ ਜਨ ਜੋ ਸੰਤ ਜਨ ਹਨ। ਹਰੀ ਜਨ ਕਿਹਨਾਂ ਨੂੰ ਕਿਹਾ ਹੈ? ਭਗਤ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਹਰੀ ਜਨ ਦਾ ਨਿਰਣਾ ਕੀਤਾ ਹੈ। कबीर रोड़ा होए रहो बाट का, तज मन का मान, ऐसा कोई दास होए ताहे मिले भगवान। कबीर रोड़ा हुआ था क्या पाया, पंथी को दुख दे, ऐसा तेरा दास है ज्यों धरनी में खे। कबीर खे हुई तो क्या पाया, जो उड़ लागे अंग, हरजन ऐसा चाहिए ज्यों पानी सरबंग। कबीर पानी हुआ था क्या पाया, सीरा ताता होए, हरजन ऐसा चाहिए जैसा हर ही होए। हरि दा सेवक जन ऐसा होना चाहिए जैसा हरि परमात्मा आप है। हर हर जन दो एक है, बिव विचार किछ नाहे, जलते उपज तरंग ज्यों जल ही बिखै समाहे। हर का सेवक सो हर जेहा, भेद न जानो मानस देहा।
ਹਰੀ ਦਾ ਸੇਵਕ ਹਰੀ ਵਰਗਾ ਹੁੰਦਾ, ਹਰੀ ਦਾ ਸਰੂਪ ਹੁੰਦਾ ਹੈ। ਸੇਵਕ ਦੁਆਰੇ ਉਹ ਮਾਲਕ ਜਾਣਿਆ ਜਾਂਦਾ, ਮਾਲਕ ਦੁਆਰੇ ਸੇਵਕ ਜਾਣਿਆ ਜਾਂਦਾ ਹੈ। ਸੋ ਰਾਮ ਰਾਮ ਧਿਆਏ, ਹਰੀ ਦੇ ਜੋ ਪਿਆਰੇ ਸੰਤ ਜਨ ਹਨ ਉਹ ਮਨ ਕਰਕੇ ਰਾਮ ਰਾਮ ਨੂੰ, ਬਾਣੀ ਕਰਕੇ ਰਾਮ ਨਾਮ ਨੂੰ ਤੇ ਸਰੀਰ ਕਰਕੇ ਰਾਮ ਨਾਮ ਨੂੰ ਧਿਆਉਂਦੇ ਹਨ। ਏਕ ਪਲਕ ਸੁਖ ਸਾਧ ਸਮਾਗਮ, ਇੱਕ ਪਲ ਮਾਤਰ ਵੀ ਜੋ ਸੰਤ ਸਮਾਗਮ ਵਿੱਚ ਜਾਣ ਕਰਕੇ ਸੁਖ ਪ੍ਰਾਪਤ ਹੁੰਦਾ ਹੈ। ਸੰਤਾਂ ਦੀ ਸੰਗਤ ਵਿੱਚ ਜਿੱਥੇ ਸੰਤ ਸਮਾਗਮ ਹੋ ਰਿਹਾ ਹੈ ਉੱਥੇ ਇੱਕ ਨਿਮਕ ਮਾਤਰ ਵੀ ਚਲਿਆ ਜਾਵੇ, ਉਸ ਨੂੰ ਕਰੋੜਾਂ ਬੈਕੁੰਠਾਂ ਦਾ ਸੁਖ ਪ੍ਰਾਪਤ ਹੋ ਜਾਂਦਾ ਹੈ। ਸੰਤ ਸਮਾਗਮ ਸੁਲਭ ਹੈ। ਇਹ ਪ੍ਰਯਾਗਰਾਜ ਤੀਰਥ ਦੀ ਨਿਆਈ ਹੈ। ਇੱਕ ਤੀਰਥ ਤਾਂ ਸਥਿਤ ਹਨ ਜਿੱਥੇ ਅਸੀਂ ਚੱਲ ਕੇ ਜਾਂਦੇ ਹਾਂ, ਉੱਥੇ ਮੁਸਾਫਰੀ ਦੀ ਪਰੇਸ਼ਾਨੀ ਹੁੰਦੀ ਹੈ, ਪੈਸੇ ਖਰਚ ਹੁੰਦੇ ਹਨ, ਪਰੇਸ਼ਾਨੀ ਹੁੰਦੀ ਹੈ। ਪਰ ਸੰਤ ਸਮਾਗਮ ਤਾਂ ਹਰੇਕ ਨਗਰ ਗਲੀ ਮਹੱਲੇ 'ਚ ਸੰਤ ਸਮਾਗਮ ਚੱਲਦਾ ਹੀ ਰਹਿੰਦਾ ਹੈ। ਉੱਥੇ ਜਾਣਾ ਸੁਲਭ ਹੈ। ਜੋ ਫਲ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਪ੍ਰਾਪਤ ਹੁੰਦਾ ਹੈ, ਉਹ ਸੰਤਾਂ ਦੇ ਸਮਾਗਮ ਵਿੱਚ ਜਾ ਕੇ ਸੰਤਾਂ ਦੀ ਚਰਨ ਧੂੜ ਵਿੱਚ ਇਸ਼ਨਾਨ ਕਰਨ ਦੇ ਨਾਲ ਫਲ ਪ੍ਰਾਪਤ ਹੋ ਜਾਂਦਾ ਹੈ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਸੰਤਾਂ ਦੇ ਚਰਨਾਂ ਦੀ ਧੂੜੀ ਵਿੱਚ ਇਸ਼ਨਾਨ ਕਰਨਾ। ਧੂੜੀ ਵਿੱਚ ਕਿਵੇਂ ਇਸ਼ਨਾਨ ਕਰਨਾ? ਜੋ ਚਰਨ ਧੂੜ ਨੂੰ ਮੂੰਹ ਮੱਥੇ ਤੇ ਲਾਉਣਾ, ਸਾਰੇ ਸਰੀਰ ਦੇ ਉੱਪਰ, ਪਿੰਡੇ ਉੱਪਰ ਉਹ ਚਰਨ ਧੂੜ ਨੂੰ ਮਲਣਾ, ਇਹੀ ਇਸ਼ਨਾਨ ਕਰਨਾ ਹੈ। ਸੋ ਸੰਤ ਸਮਾਗਮ ਵਿੱਚ ਜਾਣ ਕਰਕੇ, ਪਲਕ ਮਾਤਰ ਵੀ ਜਾਣ ਕਰਕੇ ਜੋ ਸੁਖ ਪ੍ਰਾਪਤ ਹੁੰਦਾ ਹੈ। ਕੋਟ ਬੈਕੁੰਠ ਹੈ ਪਾਏ, ਉਹ ਕਰੋੜਾਂ ਬੈਕੁੰਠਾਂ ਨੂੰ ਪਾ ਲੈਂਦਾ ਹੈ। ਇੱਕ ਪਲ ਮਾਤਰ ਵੀ ਸੰਤ ਸਮਾਗਮ ਵਿੱਚ ਜਾ ਕਰਕੇ ਕਰੋੜਾਂ ਬੈਕੁੰਠਾਂ ਦੇ ਸੁੱਖਾਂ ਨੂੰ ਪਾ ਲੈਂਦਾ ਹੈ। ਰਹਾਉ ਵਿਸਰਾਮ ਦੇ ਕੇ ਪਾਤਸ਼ਾਹ ਜੀ ਅੱਗੇ ਫਰਮਾਉਂਦੇ ਹਨ, ਦੁਰਲਭ ਦੇਹ ਜਪ ਹੋਤ ਪੁਨੀਤਾ। ਇਹ ਦੁਰਲਭ ਦੇਹ ਜਿਹੜੀ ਹੈ ਉਹ ਪਵਿੱਤਰ ਕਿਵੇਂ ਹੁੰਦੀ ਹੈ, ਪੁਨੀਤ ਕਿਵੇਂ ਹੁੰਦੀ ਹੈ? ਨਾਮ ਜਪਣੇ ਕਰਕੇ। ਨਾਮ ਜਪਣ ਵਾਸਤੇ ਹੀ ਦੇਹੀ ਪ੍ਰਾਪਤ ਹੋਈ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਅਵਰ ਕਾਜ ਤੇਰਾ ਕੀਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਦੇਹੀ ਨਾਮ ਜਪਣ ਵਾਸਤੇ ਮਿਲੀ ਹੈ। ਇਸ ਦੇਹੀ ਕੋ ਸਿਮਰਹਿ ਦੇਵ, ਦੇਵਤੇ ਵੀ ਤਰਸਦੇ ਹਨ ਕਿ ਸਾਨੂੰ ਵੀ ਮਨੁੱਖਾ ਦੇਹੀ ਮਿਲ ਜਾਵੇ। ਦੇਵਤਿਆਂ ਨੂੰ ਉਹ ਮਨੁੱਖ ਦੇਹੀ ਮਿਲਦੀ ਨਹੀਂ। ਦੇਵਤਿਆਂ ਦੇ ਪਾਸ ਵਿਕਸਿਤ ਮਨ ਤਾਂ ਹੈ ਪਰ ਤਨ ਨਹੀਂ ਹੈ। ਪਸ਼ੂਆਂ ਦੇ ਪਾਸ ਵਿਕਸਿਤ ਤਨ ਹੈ ਪਰ ਮਨ ਨਹੀਂ ਹੈ। ਜੀਵ ਦੇ ਪਾਸ ਤਨ ਵੀ ਹੈ ਤੇ ਮਨ ਵੀ ਹੈ, ਦੋਵੇਂ ਹਨ। ਇਸ ਲਈ ਇਹ ਪਸ਼ੂ ਨਾਲੋਂ ਵੀ ਸ੍ਰੇਸ਼ਟ ਹੈ ਤੇ ਦੇਵਤਿਆਂ ਨਾਲੋਂ ਵੀ ਸ੍ਰੇਸ਼ਟ ਹੈ। ਦੇਹੀ ਪ੍ਰਾਪਤ ਹੋਈ ਹੈ। ਇਸ ਦੇਹੀ ਕੋ ਸਿਮਰਹਿ ਦੇਵ, ਤਰਸਦੇ ਹਨ ਕਿ ਸਾਨੂੰ ਵੀ ਮਨੁੱਖਾ ਦੇਹ ਮਿਲੀ ਹੁੰਦੀ, ਅਸੀਂ ਵੀ ਨਾਮ ਜਪਦੇ, ਸਤਿਗੁਰਾਂ ਦੀ ਸੇਵਾ ਕਰਕੇ ਆਪਣੇ ਆਪ ਨੂੰ ਪਵਿੱਤਰ ਕਰ ਲੈਂਦੇ। ਉਹ ਤਰਸਦੇ ਹਨ। ਪਰ ਵੱਡਿਆਂ ਭਾਗਾਂ ਕਰਕੇ ਇਹ ਮਾਨੁਖ ਦੇਹ ਪ੍ਰਾਪਤ ਹੁੰਦੀ ਹੈ ਔਰ ਨਾਮ ਜਪਣੇ ਕਰਕੇ ਇਹ ਦੁਰਲਭ ਦੇਹ ਪਵਿੱਤਰ ਹੁੰਦੀ ਹੈ। ਜਮ ਕੀ ਤਰਾਸ ਨਿਵਾਰੈ, ਫਿਰ ਨਾਮ ਜਪਣੇ ਕਰਕੇ ਜਮਾਂ ਦੀ ਤਰਾਸ ਖੌਫਤਾਈ ਨਿਵਰਤ ਹੋ ਜਾਂਦੀ ਹੈ। ਜਮਾਂ ਦਾ ਡਰ ਨਹੀਂ ਵਿਆਪਦਾ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਭੈ ਹੈ ਉਹਨਾਂ ਨੂੰ ਜਮਾਂ ਦਾ ਭੈ ਨਹੀਂ ਵਿਆਪਦਾ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਭੈ ਨਹੀਂ ਉਹਨਾਂ ਨੂੰ ਜਮਾਂ ਦਾ ਭੈ ਵਿਆਪਦਾ ਹੈ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇਸ਼ ਦੇਸ਼ਾਂਤਰਾਂ ਦਾ ਰਟਣ ਕਰਦੇ ਹੋਏ ਉਪਦੇਸ਼ ਬਖਸ਼ਿਸ਼ ਕਰਦੇ ਹਨ, ਸਾਰਿਆਂ ਨੂੰ ਉਪਦੇਸ਼ ਦਿੰਦੇ ਹਨ। ਭਾਈ ਮਰਨਾ ਸੱਚ ਹੈ, ਜੀਵਨਾ ਝੂਠ ਹੈ। ਪਰਮੇਸ਼ਰ ਦਾ ਡਰ ਧਾਰੋ ਹਿਰਦੇ ਵਿੱਚ।
एक मुल्ला जी ने सवाल किया, महाराज तुसी तां डराउंदे रहिंदे हो, नाले कहंदे हो मरना सच है, नाले कहंदे हो कि परमेश्वर तो डर के रहो। डर के क्यों रहिए? जे मर ही जाना तो डरना क्यों है? डर के क्यों रहिए? तो गुरु साहिब जी ने कहा, मरना मुल्ला मरना, पी करतारों डरना। मुल्ला जी मरना सच है, फिर भी करतार तो डर के रहना चाहिए। पता नहीं करतार किहड़ी गल दी सज़ा दे देवे, हमेशा डर के रहना चाहिए। जिवें एक छोटी जी साखी आउंदी है, कोई तपस्वी एक बड़ी शिला दे उपर बैठा तप कर रहा सी। उहदे तप नूं देख के भगवान प्रगट होए, क्या है तपस्वी, मैं तेरी तपस्या दे प्रसन्न हाँ, वर मंग। ते क्या मेरा आदल करो, मेरा न्याय करो, किन्ने सालों तो बैठा मैं तप कर रहा, मेरा हिसाब करो। कहंदा हिसाब नाम करा, घाटे विच रहेगा, होर कुछ मंग लै। कहंदे नहीं, मेरा हिसाब करो, मेरा आदल करो। कहंदे ठहर जा, तेरा आदल कर देंदे आ, न्याय कर देंदे आ। पहला ही शिला तो पुछ लईए की चाहुंदी है, जे शिला दे उपर तू बैठा तप कर रहा है। भगवान ने आकाशबाणी द्वारे कहा, ऐ शिला तू की चाहुंदी है, मैं तेरे ऊपर प्रसन्न हाँ, वर मंग। कहा मैनू कुछ नहीं चाहिए। कहा कि मैं तेरे ते प्रसन्न हाँ, जरूर कुछ ना कुछ वर मंग। क्या मेरा फजल करो। तपस्वी ने क्या मेरा अदल करो, न्याय करो। इसने क्या फजल करो, रहम करो मेरे ते। शिला ने क्या रहम करो। ते क्या मंग की मंगदी है कि जे तुसी प्रसन्न हो, वरदान देना चाहते हो, तो ये वरदान दिओ कि अगले जन्म विच मैं तपस्वी बना तो ये शिला बने और 19 साल ये ऊपर बैठ के मैं तप करा। ये हुण मेरे ऊपर बैठ के तप कर रहा है, मैं अगले जन्म में तपस्वी बना तो ये शिला बने और 19 साल बैठ के ये ऊपर तप करा। वो तपस्वी तौबा तौबा हाय हाय करन लग्या, बख्श लो बख्श लो। क्या तपस्वी तैनू पहला ही कहा सी कि होर कुछ मंग लै, हिसाब करना ना मंग। हुण तेरा हिसाब कर दिता, हुण उतने जन्म तू शिला बन के रह और ये शिला तेरे ऊपर बैठ के तप करेगी। सो इस तरह परमात्मा का डर हिरदे में धारना चाहिए है। दुर्लभ देह जप होत पुनीता, ये दुर्लभ देही नाम जपने करके पवित्र हुंदी है और जम की त्रास निवारे, जमा दी खौफताई निवृत्त हो जाती है। महापतित के पातक उतरहे, नाम जपने करके महापतित बड़े बड़े पापियां दे बड़े बड़े पाप भी दूर हो जाते हैं, उतर जाते हैं। बड़े बड़े पापी हैं, बड़े बड़े पापियां नूं देख के छोटे पापी जड़े हैं वो कंपेयर करते हैं, तुलना करते हैं अपने संसार में। बड़े बड़े पापी हैं, मैं तो किसी की जेब ही कटदा, कई तो गला कट्टण वाले हैं। बड़े पापी हैं, पहला उन्होंने सज़ा मिलेगी फिर मैनू मिलेगी। जदों इन्ने बड़े बड़े पापी संसार विच हन, वो पहला जमपुरी विच जाणगे, जम लोक नूं जाणगे। मेरी बारी तो सब तो पिछों आएगी, जब तक मेरी बारी आएगी वो नरक भर चुक्या होवेगा, वैसे भी मेरी बारी नहीं आनी। इस तरह मन नूं समझा लैंदा है। पाप करह पंचा के बस रे, तीर्थ नहाए कहे सब उतरे। काम क्रोध आदिकां दे अधीन होके जीव पाप करदा। पाप करह पंचा के बस रे, ते तीर्थां ते नहा के कह दिंदा मेरे सारे पाप उतर गए। बहुर कमावे होए निसंक, निसंक होके दुगना चौगुना पाप करदा है। जिहदी सज़ा जमपुरी विच बन के वो मार खांदा है, कुट खांदा है, उस वेले पुकारा करदा पर कोई ना सुने पुकारा, ਉਹਦੀ पुकार कोई नहीं सुनता। महापतित के पातक उतरे, नाम दे प्रताप करके बड़े बड़े पापियां दे पाप उतर जाते हैं। हर नामा उर तारै, किवें पापियां दे पाप उतरते हैं?
ਜਦੋਂ ਹਰੀ ਨਾਮ ਨੂੰ ਹਿਰਦੇ ਵਿੱਚ ਧਾਰਨ ਕਰੇ, ਹਰੀ ਨਾਮ ਨੂੰ ਹਿਰਦੇ ਵਿੱਚ ਵਸਾਵੇ, ਤਾਂ ਵੱਡੇ ਵੱਡੇ ਪਾਪੀ, ਅਜਾਮਲ ਪਾਪੀ, ਜਗ ਜਾਣੇ ਨਿਮਖ ਮਾਹੇ ਨਿਸਤਾਰਾ। ਇੱਕੋ ਵਾਰੀ ਨਾਰਾਇਣ ਨਾਮ ਉਚਾਰਨ ਕੀਤਾ ਸੀ, ਸਭ ਤੋਂ ਵੱਡਾ ਪਾਪੀ ਅਜਾਮਲ ਵੀ ਤਰ ਗਿਆ। ਅਜਾਮਲ ਪ੍ਰੀਤ ਪੁੱਤਰ ਪ੍ਰਦ ਕੀਨੀ, ਕਰ ਨਾਰਾਇਣ ਬੋਲਾਰੇ। ਅਜਾਮਲ ਨੇ ਤਾਂ ਆਪਣੇ ਪੁੱਤਰ ਨੂੰ ਬਾਜ ਮਾਰੀ ਸੀ, ਜਿਹਦਾ ਨਾਮ ਨਾਰਾਇਣ ਰੱਖਿਆ ਸੀ। ਨਾਰਾਇਣ ਨਾਮ ਉਚਾਰਨ ਕਰਨੇ ਕਰਕੇ ਨਾਰਾਇਣ ਭਗਵਾਨ ਨੇ ਆਪਣੇ ਵਿੱਚ ਅਭੇਦ ਕਰ ਲਿਆ। ਉਹ ਵੱਡਾ ਪਾਪੀ ਅਜਾਮਲ ਤਰ ਗਿਆ। ਹਰ ਨਾਮਾ ਉਰਤਾਰੇ, ਜਿਸ ਨੇ ਹਰੀ ਨਾਮਾ ਨੂੰ ਹਿਰਦੇ ਵਿੱਚ ਧਾਰਨ ਕੀਤਾ, ਵੱਡੇ ਵੱਡੇ ਪਾਪੀਆਂ ਦੇ ਪਾਪ ਉਤਰ ਜਾਂਦੇ ਹਨ। ਜੋ ਜੋ ਸੁਨੈ ਰਾਮ ਰਸ ਨਿਰਮਲ, ਜੋ ਜੋ ਵੀ ਪਰਮਾਤਮਾ ਦੇ ਨਿਰਮਲ ਜਸ ਨੂੰ, ਰਾਮ ਦੇ ਨਿਰਮਲ ਜਸ ਨੂੰ ਸੁਣਦਾ ਹੈ, ਤਾ ਕਾ ਜਨਮ ਮਰਨ ਦੁਖ ਨਾਸਾ, ਉਹਨਾਂ ਦਾ ਜਨਮ ਮਰਨ ਦਾ ਦੁੱਖ ਨਾਸਾ ਨਸ ਜਾਂਦਾ ਹੈ। ਜੋ ਜੋ ਸੁਣੈ, ਜੋ ਜੋ ਵੀ ਰਮੇ ਹੋਏ ਰਾਮ ਦੇ ਨਿਰਮਲ ਜਸ ਨੂੰ ਸੁਣਦਾ, ਵਾਹਿਗੁਰੂ ਦੇ ਜਸ ਨੂੰ ਸੁਣਦਾ ਹੈ, ਉਹਦਾ ਜਨਮ ਮਰਨ ਦਾ ਦੁੱਖ ਨਸ ਜਾਂਦਾ ਹੈ। ਜਿੰਨਾ ਵੱਡਾ ਦੁੱਖ ਜਨਮ ਸਮੇਂ ਹੁੰਦਾ ਹੈ, ਉਨਾ ਵੱਡਾ ਦੁੱਖ ਮਰਨ ਸਮੇਂ ਹੁੰਦਾ ਹੈ। ਜਨਮ ਸਮੇਂ ਦਾ ਦੁੱਖ ਔਰ ਮਰਨ ਸਮੇਂ ਦਾ ਦੁੱਖ, ਇਹ ਬੜੇ ਵੱਡੇ ਦੁੱਖ ਹਨ। ਜਨਮ ਸਮੇਂ 1000 ਬਿੱਛੂਆਂ ਦੇ ਡੰਗ ਮਾਰਨ ਜਿੰਨਾ ਦੁੱਖ ਹੁੰਦਾ ਹੈ, ਔਰ ਮਰਨ ਸਮੇਂ ਵੀ ਉਨਾ ਹੀ ਦੁੱਖ ਹੁੰਦਾ ਹੈ। ਹਿੰਦੂ ਮਤ ਦੇ ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਜੀਵ ਦੇ ਜਨਮ ਸਮੇਂ 60,000 ਬਿੱਛੂਆਂ ਦੇ ਡੰਗ ਮਾਰਨ ਜਿੰਨਾ ਦੁੱਖ ਹੁੰਦਾ ਹੈ, ਔਰ ਮਰਨ ਕਾਲ ਵਿੱਚ ਵੀ ਇੰਨਾ ਦੁੱਖ ਹੁੰਦਾ ਹੈ। ਜਨਮ ਮਰਨ ਦਾ ਵੱਡਾ ਦੁੱਖ ਹੈ। ਸੋ ਜਨਮ ਮਰਨ ਦਾ ਦੁੱਖ ਵੀ ਦੂਰ ਹੋ ਜਾਂਦਾ ਹੈ ਨਿਰਮਲ ਜਸ ਸੁਣਨ ਦੇ ਨਾਲ। ਤਾ ਕਾ ਜਨਮ ਮਰਨ ਦੁਖ ਨਾਸਾ, ਉਹਨਾਂ ਦਾ ਜਨਮ ਮਰਨ ਦਾ ਦੁੱਖ ਨਸ ਗਿਆ ਜਿਨ੍ਹਾਂ ਨੇ ਨਿਰਮਲ ਜਸ ਸੁਣਿਆ ਹੈ। ਕਹੋ ਨਾਨਕ ਪਾਈਐ ਵਡ ਭਾਗੀ, ਗੁਰੂ ਸਾਹਿਬ ਜੀ ਫਰਮਾਉਂਦੇ ਨੇ, ਜਿਨ੍ਹਾਂ ਬੜਭਾਗੀਆਂ ਨੇ ਪੂਰੇ ਗੁਰਾਂ ਦੁਆਰੇ ਵਾਹਿਗੁਰੂ ਨੂੰ ਪਾਇਆ, ਪਰਮਾਤਮਾ ਨੂੰ ਪਾਇਆ ਹੈ। ਮਨ ਤਨ ਹੋਏ ਬਿਗਾਸਾ, ਜਿਨ੍ਹਾਂ ਬੜਭਾਗੀਆਂ ਨੇ ਜਸ ਉਚਾਰਨ ਕਰਨਾ ਪਾਇਆ ਹੈ, ਨਾਮ ਜਪਣਾ ਪਾਇਆ ਹੈ, ਉਹਨਾਂ ਦੇ ਮਨ ਅਤੇ ਤਨ ਵਿੱਚ ਬਿਗਾਸਾ ਆਨੰਦ ਹੁੰਦਾ ਹੈ। ਉਹਨਾਂ ਦਾ ਮਨ ਤੇ ਤਨ ਖਿੜ ਜਾਂਦਾ ਹੈ। ਸਾਰੰਗ ਮਹੱਲਾ ਪੰਜਵਾ, ਦੋ ਪਦੇ ਘਰ ਚੌਥਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਸਾਧ ਸੰਗਤ ਜੀ, ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਰੰਗ ਰਾਗ ਵਿੱਚ ਦੋ ਪਦਾਂ ਵਾਲਾ ਸ਼ਬਦ ਘਰ ਤੀਜੇ ਸੁਰਤਾਲ, ਚੌਥੇ ਸੁਰਤਾਲ ਵਿੱਚ ਉਚਾਰਨ ਕਰ ਰਹੇ ਹਨ। ਪਹਿਲਾ ਮੰਗਲ ਉਚਾਰਨ ਕਰਦੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਕਾਲ ਪੁਰਖ ਵਾਹਿਗੁਰੂ ਸਰਬ ਸ਼ਕਤੀਮਾਨ ਸਰਬ ਵਿਆਪਕ ਸੱਚੇਤ ਆਨੰਦ ਸਰੂਪ ਹੈ, ਉਹ ਗੁਰਾਂ ਦੀ ਕਿਰਪਾ ਦੁਆਰੇ ਪ੍ਰਾਪਤ ਹੁੰਦਾ ਹੈ। ਹੁਣ ਪੰਚਮ ਪਾਤਸ਼ਾਹ ਸਾਰੰਗ ਰਾਗ ਵਿੱਚ ਘਰ ਚੌਥੇ ਸੁਰਤਾਲ ਵਿੱਚ ਦੋ ਪਦਾਂ ਵਾਲਾ ਸ਼ਬਦ ਉਚਾਰਨ ਕਰ ਰਹੇ ਹਨ। ਮੋਹਨ ਘਰ ਆਵਹੁ ਕਰੋ ਜੋ ਦਰਿਆ, ਇਸ ਸ਼ਬਦ ਵਿੱਚ ਜਗਿਆਸੂ ਰੂਪ ਇਸਤਰੀ ਬੇਨਤੀ ਕਰਦੀ ਹੈ ਪਤੀ ਪਰਮੇਸ਼ਰ ਦੇ ਅੱਗੇ ਕਿ ਹੇ ਮੋਹਨ ਪਿਆਰੇ ਪਰਮਾਤਮਾ, ਮੇਰੇ ਅੰਤःਕਰਨ ਰੂਪੀ ਘਰ ਵਿੱਚ ਆਵੋ, ਕਰੋ ਜੋ ਦਰਿਆ, ਮੈਂ ਜਪ ਤਪ ਰੂਪੀ ਜੋਦੜੀ ਕਰਦੀ ਹਾਂ, ਮੈਂ ਅਰਦਾਸ ਬੇਨਤੀ ਜੋਦੜੀ ਕਰਦੀ ਹਾਂ। ਜਗਿਆਸੂ ਰੂਪ ਇਸਤਰੀ ਪਤੀ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੀ ਹੈ ਕਿ ਮੇਰੇ ਅੰਤःਕਰਨ ਰੂਪੀ ਘਰ ਵਿੱਚ ਆਉਣਾ ਕਰੋ। ਮਾਨ ਕਰੋ ਅਭਿਮਾਨ ਬੋਲੋ, ਹੇ ਪਤੀ ਪਰਮੇਸ਼ਰ, ਮੈਂ ਤੇਰੇ ਉੱਪਰ ਮਾਣ ਕਰਦੀ ਹਾਂ ਤੇ ਹੰਕਾਰ ਨਾਲ ਬੋਲਦੀ ਹਾਂ, ਮਾਣ ਵੀ ਕਰਦੀ ਹਾਂ ਤੇ ਹੰਕਾਰ ਨਾਲ ਬੋਲਦੀ ਹਾਂ। ਭੂਲ ਚੂਕ ਤੇਰੀ ਪ੍ਰਿਯ ਚਿਰਿਆ, ਹੇ ਪਤੀ ਪਰਮੇਸ਼ਰ, ਭਾਵੇਂ ਮੇਰੇ ਵਿੱਚ ਭੁੱਲ ਚੁੱਕ ਹੈ,
मैं भुੱਲਣਹਾਰ ਹਾਂ, अनेकां ही भुੱਲ चुक ਹਨ, पर मैं तेरी प्यारी चिड़िया दासी हाँ। रहाओ रहाओ विश्राम दे के पातशाह जी अगे फरमाउंदे हन, निकट सुनो अर पेखो नाही। मैं आप जी नूं संतां पासों नेड़े तां सुणदी हां कि परमात्मा नेड़े है। संत जन कहते हैं प्रभ नेड़हूं ते नेड़ा, नेड़े तो भी नेड़े है। भगत रविदास जी कहते हैं कह रविदास हाथ पै नेड़े सहजे होए सो होई। संतां भगतां पासों मैं सुनदी तां हां कि परमात्मा नेड़े है, और पेखो नाही पर देखदी नहीं हां। तू दिसदा नहीं है, तू नेड़े है पर दिसदा नहीं। प्रभ नेड़े हर दूर न जानो, हरि नूं दूर न जानो। संतां पासों सुनदी हां कि परमात्मा नेड़े है, पर मैं तैनू देखदी नहीं हाँ। परम परम दुख भरिया, भरम विच भुली हुई फिरदियां दुखां विच अते भरम विच भरी हुई मैं बहुत दुखी हो रही हाँ। होए कृपाल गुर लाहे पार दो। जिस वेले पूरे सतगुरु जी कृपालू हो के भरम दे पड़दे ला दिते, भरम के पड़दे सतगुरु खोले, भरम दे पड़दे सतगुरु जी खोल देंदे हन। अंतःकरण रूपी सहजा जीव रूप स्त्री दी भी है ते पति परमेश्वर दी भी सहजा इको ही है। इको सहजा दे ऊपर दोने हन, जीव रूप स्त्री भी है, पति परमेश्वर भी है। पर सेज एक पै मिलन दोहेरा, इको सेजा ते दोने हन पर मिलाप नहीं हो रहा। मिलना बड़ा कठिन है, क्योंकि भरम दा पड़दा पिया होया है, और पड़दा भी कितना बरीक है। भंभीरी के पात पड़ दो बिन पेखे दूर आयो। भंभीरी दे खंभ जिन्ना बरीक पड़दा है भरम दा, भरम के पड़दे सतगुरु खोले। जदों पूरे सतगुरु जी कृपालू होकर भरम दे पड़दे खोल देंदे हन, हटा देंदे हन, फिर जीव रूप स्त्री दा पति परमेश्वर दे नाल मिलाप हो जाता है। होए कृपाल गुर लाहे पार दो। जदों गुरु साहब जी कृपालू हो करके भरम दे पड़दे ला दिते, मिलो लाल मन हरिया। फिर मन करके उस लाल हरि परमेश्वर दे नाल मैं मिल गई। एक निमख जे बिसरै स्वामी। हे मेरे स्वामी, जे तू एक निमक मात्र भी भुल जावे, एक खिन पल बिसरै तू स्वामी जानो बरस 50। एक खिन भुलण का मतलब 50 साल का पिछो। हे स्वामी, जे तू एक निमक मात्र भी भुल जावे, जानो कोट दिनस लख बरिया। मैं करोड़ा साल दा दिन जानदी हाँ कि करोड़ा साल बतीत हो गए। एक खिन एक पल भुलण दा मतलब करोड़ा साल बतीत हो गए। साध संगत की पीर जो पाई। शब्द की समाप्ति करते हुए अखीरली तुग विच उच्चारण कर रहे हैं, साध संगत की भीड़ जो पाई। सत्संगत भी जा करके जिस वेले सत्संगत की भीड़ा पाई, तो नानक हर संग मेरिया। हाँ मैं हरि प्रति परमेश्वर दे नाल मिरिया मिल गई। पूरे गुरां ने भरम दा पड़दा ला दिता, फिर भरम दूर हो गया। उन्हें संशय ही उस हरि परमात्मा दे नाल मैं मिल गई। सो साध संगत जी, इत्थे शब्द की समाप्ति है। इस सारे शब्द विच पंचम पिता जी ने जग्यासू वालों बेनती की है, और जग्यासू जोदड़ी करती है कि किमें संतां पासों मैं नेड़े सुनदी हाँ पर देखदी नहीं हाँ, क्योंकि भरम का पड़दा पिया होया सी। पूरे सतगुरां ने वो पड़दा ला दिता ते हुण मिलाप हो गया। जे जद तक भरम का पड़दा सी
तद तक मिलाप नहीं हो रहा सी। पूरे गुरां ने भरम दा पर्दा हटा करके जीव रूप इस्त्री नूं पति परमेश्वर दे नाल मेल दिता। सो साध संगत जी इत्थे शब्द की समाप्ति है, समा भी समाप्त है। होईयां भुल्लां चुक्कां दी माफ़ी। अज दे सारे शब्दां दे विचारां नूं आपां हिरदिਆਂ ਵਿੱਚ धारण करिए, जिस करके संसारक बंधना तो मुक्त होकर लोग सुखीए, परलोक सुहेले। नानक हर प्रभ आपै मेले। एक निमख जे बिसरै स्वामी, जानो कोट दिनस लख बरिया। साध संगत की पीर जो पाई, तो नानक हर संग मिरिया। वाहिगुरु जी का खालसा, वाहिगुरु जी की फतेह।